बिस्मिल्लाहिर्रहमानिर्रहीम। दोस्तों अस्सलाम वालेकुम। ਅਸੀਂ ਨਾ ਅੱਜ ਮੇਲੇ ਤੇ ਆਏ ਆ। ਇਹ ਸਾਡੇ ਸਮਝ ਲਓ ਕਿ ਕਰੀਬ ਹੀ ਹੈ ਮੇਲਾ। ਬਾਬਾ ਲਾਲ ਸ਼ਾਹ ਦਰਬਾਰ ਹੈ ਸਾਡੇ ਕਰੀਬ ਹੀ, ਤੇ ਇਹਦਾ ਅੱਜ ਮੇਲਾ ਹੈ। 13 ਹਾੜ ਹੈ ਅੱਜ, ਤੇ ਇੱਥੇ ਅਸੀਂ ਬੈਠੇ ਆ ਚੰਦ ਦੋਸਤ, ਤੇ ਗੱਲ ਕਰਦੇ ਆ ਇੱਕ ਗੱਲ ਦੇ ਵਿੱਚ ਆਈ ਕਿ ਉਹਨਾਂ ਵੀ ਲਿਖਿਆ ਬਾਬਾ ਜੀ ਲਾਲ ਸ਼ਾਹ ਸਰਕਾਰ। ਹਾਲਾਂਕਿ ਇਹਨਾਂ ਦਾ ਨਾਂ ਹੈ ਬਾਬਾ ਲਾਲ ਸ਼ਾਹ। ਲਾਮ ਵਾਲੇ ਲਾ ਅੱਗੇ ਲਾਮ ਫੇਰ ਲਾਲ ਬਣਦਾ ਹੈ, ਲੇਕਿਨ ਇਹਨਾਂ ਲਾਲ ਲਿਖ ਛੜਿਆ। ਤੇ ਇਹਦੇ ਤੋਂ ਇੱਕ ਸਾਡੇ ਦੇਹਨ 'ਚ ਗੱਲ ਆਈ ਹੈ। ਉਹ ਗੱਲ ਇਹ ਆਈ ਹੈ ਕਿ ਅਕਸਰ ਨਾਰਾ ਮਾਰਿਆ ਜਾਂਦਾ ਹੈ ਜੂਲੇ ਲਾਲ, ਤੇ ਮੈਂ ਬੜੇ ਸਾਰੇ ਦੋਸਤਾਂ ਨੂੰ ਜਿਹੜੇ ਇਹ ਨਾਰਾ ਮਾਰਦੇ ਰਹੇ ਨੇ ਉਹਨਾਂ ਅੱਗੇ ਸਵਾਲ ਕਰਦਾ ਰਿਹਾ ਕਿ ਇਹਦਾ ਯਾਰ ਮਤਲਬ ਹੀ ਦੱਸ ਦਿਓ ਜੂਲੇ ਲਾਲ ਨਾਰਾ ਮਾਰਨ ਦਾ। ਤੇ ਸਾਰੇ ਹੀ ਆਂਦੇ ਨੇ ਅਕਸਰ ਕਿ ਜਨਾਬ ਇਹ ਨਾ ਹਜ਼ਰਤ ਉਸਮਾਨ ਮਰਵਿੰਦੀ ਜਿਹੜੇ ਜਿਨ੍ਹਾਂ ਨੂੰ ਲਾਲ ਕਲੰਦਰ ਕਿਹਾ ਜਾਂਦਾ, ਇਹ ਉਹਨਾਂ ਦਾ ਨਾਰਾ ਹੈ। ਲੇਕਿਨ ਮੈਂ ਨਾ ਵਾ ਕਿ ਇਹਦਾ ਕੋਈ ਮਤਲਬ ਦਾ ਵੀ ਤਾਂ ਪਤਾ ਹੋਣਾ ਨਾ ਕਿਸੇ ਨੂੰ, ਲੇਕਿਨ ਸਾਰੇ ਆਂਦੇ ਨੇ ਸਾਰਾ ਇੰਨਾ ਕੋਈ ਸਾਨੂੰ ਪਤਾ ਹੈ। ਕਿਉਂ ਜੀ ਕਿ ਜੂਲੇ ਲਾਲ ਦਾ ਤੁਹਾਨੂੰ ਵੀ ਇੰਨਾ ਕੋਈ ਪਤਾ ਹੈ ਕਿ ਹਾਲੀ ਜੂਲੇ ਲਾਲ ਬੋਲਣਾ, ਇਹਦੀ ਅਗਲੀ ਤਾਰੀਖ ਦਾ ਨਹੀਂ ਪਤਾ, ਇਹਦਾ ਮਤਲਬ ਕੀ ਇਹ ਬਣਿਆ ਕਿਉਂ ਹੈ, ਕਿਉਂ ਕਿ ਨਹੀਂ ਨਾ ਪਤਾ ਕਿਸੇ ਨੂੰ। ਹਾਂਜੀ ਭੱਟ ਸਾਹਿਬ? ਨਹੀਂ ਜੀ, ਕੋਈ ਪਤਾ ਨਹੀਂ। ਤੇ ਮੈਨੂੰ ਜਿੰਨਾ ਕੁ ਪਤਾ ਨਾ ਮੈਂ ਉਹਨਾਂ ਕੁ ਜ਼ਿਕਰ ਕਰਨਾ ਵਾ, ਤੇ ਜੇ ਗਲਤ ਹੋਇਆ ਤਾਂ ਕਮੈਂਟ ਸੈਕਸ਼ਨ ਵਿੱਚ ਦੱਸਿਆ ਜੇ ਸਹੀ ਜਿਹੜਾ ਹੈ, ਤੇ ਜੇ ਨਾ ਕਿਸੇ ਨੂੰ ਪਤਾ ਹੋਇਆ ਤਾਂ ਫਿਰ ਮੈਂ ਹੀ ਸਮਝਾਂਗਾ ਕਿ ਮੈਂ ਜੋ ਬਿਆਨ ਕੀਤਾ ਨਾ ਹੋ ਸਕਦਾ ਉਹ ਹੀ ਹੋਵੇ। ਮੈਂ ਇੱਕ ਕਿਤਾਬ ਵਿੱਚ ਪੜ੍ਹਿਆ ਸੀ ਤੇ ਇੱਕ ਬੰਦੇ ਕੋਲੋਂ ਸੁਣਿਆ ਵੀ ਸੀ, ਤੇ ਉਹਦੇ 'ਚ ਲਿਖਿਆ ਸੀ ਕਿ ਜੂਲੇ ਲਾਲ ਦਾ ਮਤਲਬ ਇਹ ਵੇ ਕਿ ਜਦੋਂ ਲਾਲ ਸ਼ਹਿਬਾਜ਼ ਕਲੰਦਰ ਗੁਸਲ ਕਰਦੇ ਸਨ, ਗੁਸਲ ਕਰਕੇ ਤੇ ਇੱਕ ਪੱਥਰ ਦੇ ਉੱਤੇ ਖੜੇ ਹੋ ਕੇ ਤੇ ਉਹਨਾਂ ਦੀਆਂ ਹਨ ਜ਼ੁਲਫਾਂ ਵੱਡੀਆਂ ਵੱਡੀਆਂ, ਤੇ ਜਦੋਂ ਜ਼ੁਲਫਾਂ ਨੂੰ ਝੂਲਦੇ ਹਨ ਨਾ ਇਸ ਤਰ੍ਹਾਂ, ਤੇ ਉਹਦੇ ਵਿੱਚੋਂ ਜਿਹੜੇ ਪਾਣੀ ਦੇ ਕਤਰੇ ਡਿੱਗਦੇ ਸਨ ਉਹ ਜ਼ਮੀਨ ਤੇ ਜਦੋਂ ਡਿੱਗਦੇ ਹਨ ਤਾਂ ਜ਼ਮੀਨ ਸੇ ਸਾਰੀ ਰੇਤਲੀ, ਔਰ ਰੇਤਲੀ ਜ਼ਮੀਨ ਦੇ ਹੋਣ ਦੇ ਨਾਤੇ ਜਦੋਂ ਪਾਣੀ ਜ਼ਮੀਨ ਦੇ ਵਿੱਚ ਡਿੱਗਦਾ ਸੀ ਤੇ ਉਹ ਲਾਲ ਬਣ ਜਾਂਦਾ ਸੀ। ਤੇ ਕਿਹਾ ਗਿਆ ਕਿ ਇਹਦਾ ਮਤਲਬ ਇਹ ਵੇ ਕਿ ਜਦੋਂ ਉਹ ਆਪਣੇ ਜ਼ੁਲਫਾਂ ਨੂੰ ਝੂਲਦੇ ਹਨ ਨਾ ਲਾਲ ਸ਼ਹਿਬਾਜ਼ ਕਲੰਦਰ ਹਜ਼ਰਤ ਉਸਮਾਨ ਮਿਰਵਿੰਦੀ, ਤੇ ਉਸ ਵਕਤ ਲਾਲ ਬਣਦੇ ਹਨ। ਇਹਦਾ ਮਤਲਬ ਇਹ ਵੇ ਕਿ ਜੂਲੇ ਲਾਲ ਇਸ ਵਜ੍ਹਾ ਤੋਂ ਕਿਹਾ ਜਾਂਦਾ ਹੈ। ਇਸ ਤਰ੍ਹਾਂ ਮੈਂ ਸੁਣਿਆ ਵੀ ਹੈ ਤੇ ਇੱਕ ਜਗ੍ਹਾ ਮੈਂ ਪੜ੍ਹਿਆ ਵੀ ਸੀ। ਲੇਕਿਨ ਅਗਰ ਕਿਸੇ ਨੂੰ ਇਹਦੀ ਤਾਰੀਖ ਦਾ ਸਹੀ ਪਤਾ ਹੋਵੇ ਤਾਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਆ ਜੇ, ਤਾਂ ਕਿ ਸਾਡੇ ਇਲਮ ਵਿੱਚ ਇਜ਼ਾਫਾ ਹੋਵੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਇਲਮ ਵਿੱਚ ਵੀ ਇਜ਼ਾਫਾ ਹੋ ਜਾਏ। ਕਿਉਂਕਿ ਸਾਡਾ ਇਹ ਥੋੜ੍ਹਾ ਜਿਹਾ ਲਫ਼ਜ਼ ਬੋਲਣਾ, ਸਾਡਾ ਇਹ ਗੱਲ ਕਰਨਾ ਸਿਰਫ ਮਾਲੂਮਾਤ ਦੀ ਹੱਦ ਤੱਕ ਕਰੇ, ਔਰ ਇਹਨੂੰ ਅਗਰ ਕੋਈ ਹੋਰ ਤਰੀਕੇ ਨਾਲ ਕੋਈ ਸੋਚੇਗਾ ਤੇ ਉਹਦੀ ਉਹ ਆਪਣੀ ਸੋਚ ਦਾ ਮਸਲਾ ਹੈ। ਅੱਜ ਲਈ ਇੰਨਾ ਹੀ ਜੀ, ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਜਿਉਂਦੇ ਰਹੋ, ਵਸਦੇ ਰਹੋ, ਅੱਲਾ ਨਿਗਹਿਬਾਨ। ਇਹ ਮੈਂ ਨਾ ਦੋਵਾਂ ਪਾਸੇ ਪੱਟ ਭਾਏ ਨੇ ਇਸ ਲਈ ਕਿ ਕੋਈ ਮੈਨੂੰ ਨਾ ਕੋਈ ਮਸਲਾ ਨਾ ਪੈਦਾ ਹੋਵੇ। ਇਹ ਵਿਚਕਾਰ ਉਸਤਾਦ ਬੈਠੇ ਨੇ ਤੇ ਉਹ ਅੱਗੋਂ ਅਸੀਂ ਤੁਹਾਨੂੰ ਉਸਤਾਦ ਸਮਝਦੇ ਹਾਂ, ਉਸਤਾਦਾਂ ਨੂੰ ਵਿੱਚ ਭਾਏ ਆ। ਅੱਲਾ ਹਾਫਿਜ਼।